ਜਦੋਂ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਡਾਟਾਬੇਸ ਅਪਰੋਚ ਆਉਂਦੀ ਆ ਅਤੇ ਅਸੀਂ ਇਹ ਡਿਸਕਸ ਕਰਾਂਗੇ ਕਿ ਡਾਟਾਬੇਸ ਅਪਰੋਚ ਕੀ ਆ। ਜਦੋਂ ਅਸੀਂ ਕਿਸੇ ਫੀਲਡ ਨਾਲ ਰਿਲੇਟਡ ਡਾਟੇ ਨੂੰ ਕੰਪਿਊਟਰ ਦੇ ਵਿੱਚ ਸਟੋਰ ਕਰਦੇ ਹਾਂ ਤਾਂ ਅਸੀਂ ਇੱਕ ਡਾਟਾਬੇਸ ਕ੍ਰੀਏਟ ਕਰਦੇ ਹਾਂ। ਡਾਟਾਬੇਸ ਦਾ ਮਤਲਬ ਹੈ ਕਿ ਫਾਈਲਾਂ ਦਾ ਸਮੂਹ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਟਾਬੇਸ ਇਜ਼ ਏ ਕਲੈਕਸ਼ਨ ਆਫ files and file contains the records and each record is consisted of fields। ਜਿਸ ਤਰ੍ਹਾਂ ਕਿ ਮੈਂ ਇੱਕ ਉਦਾਹਰਨ ਲੈਂਦਾ ਹਾਂ, ਇੱਕ ਸਟੂਡੈਂਟ ਦੀ ਫਾਈਲ ਦੇ ਵਿੱਚ ਇਹ ਵਾਲੇ ਫੀਲਡ ਹੋ ਸਕਦੇ ਆ: ਸਟੂਡੈਂਟ ਦਾ ਨੇਮ, ਉਸ ਦਾ ਰੋਲ ਨੰਬਰ, ਉਸ ਦਾ ਟੈਲੀਫੋਨ ਨੰਬਰ, ਉਸ ਦਾ ਐਡਰੈਸ। ਇਹਨਾਂ ਸਾਰਿਆਂ ਫੀਲਡਸ ਦੇ ਵਿੱਚ ਜਦੋਂ ਅਸੀਂ ਵੈਲਿਊਜ਼ ਭਰ ਦਿੰਦੇ ਹਾਂ ਤਾਂ ਉਹ ਜਿਹੜੇ ਆ ਰਿਕਾਰਡ ਬਣ ਜਾਂਦੇ ਆ ਅਤੇ ਇਹ ਇੱਕ ਸਟੂਡੈਂਟ ਦੀ ਕੰਪਲੀਟ ਫਾਈਲ ਬਣ ਜਾਂਦੀ ਆ। ਇਸ ਤਰ੍ਹਾਂ ਹੀ ਜਿਹੜੀ ਹੈਗੀ ਇੱਕ ਟੀਚਰ ਦੀ ਫਾਈਲ ਹੋ ਸਕਦੀ ਹੈ ਜਿਹਦੇ ਵਿੱਚ ਟੀਚਰ ਦਾ ਨਾਮ, ਟੀਚਰ ਦਾ ਟੈਲੀਫੋਨ ਨੰਬਰ, ਟੀਚਰ ਦਾ ਸਬਜੈਕਟ, ਟੀਚਰ ਦਾ ਐਡਰੈਸ ਆ ਸਕਦਾ ਵਾ। ਅਤੇ ਇਹਦੇ ਵਿੱਚ ਜਦੋਂ ਅਸੀਂ ਡਿਫਰੈਂਟ ਟੀਚਰਸ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਅਸੀਂ ਪੂਰੇ ਰਿਕਾਰਡਸ ਭਰ ਦਿੰਦੇ ਹਾਂ ਅਤੇ ਇਹ ਇੱਕ ਫਾਈਲ ਬਣ ਜਾਂਦੀ ਆ। ਹੁਣ ਜਦੋਂ ਅਸੀਂ ਇਹਨਾਂ ਫਾਈਲਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੱਖ ਲੈਂਦੇ ਹਾਂ ਅਤੇ ਉਹ ਜਿਹੜਾ ਹੈਗਾ ਸਾਡਾ ਡੇਟਾਬੇਸ ਬਣ ਜਾਂਦਾ ਵਾ। ਸਾਨੂੰ ਪਤਾ ਵਾ ਕਿ ਅਸੀਂ ਡੇਟਾਬੇਸ ਅਪਰੋਚ ਤੋਂ ਪਹਿਲਾਂ ਜਿਹੜੀ ਹੈਗੀ ਫਾਈਲ ਬੇਸਡ ਅਪਰੋਚ ਜਿਹੜੀ ਹੈਗੀ ਯੂਜ਼ ਕਰਦੇ ਸੀ। ਫਾਈਲ ਬੇਸਡ ਅਪਰੋਚ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਜਿਹੜੀਆਂ ਫਾਈਲਾਂ ਕ੍ਰੀਏਟ ਕਰਦੇ ਸੀ ਉਹ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਨੂੰ ਯੂਜ਼ ਕਰਕੇ ਅਸੀਂ ਕਰਦੇ ਸੀ, ਜਿੱਦਾਂ C++। ਅਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਫਾਈਲਾਂ ਜਿਹੜੀਆਂ ਫਲੈਟ ਫਾਈਲਸ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਅਸੀਂ ਰਿਕਾਰਡ ਸਟੋਰ ਕਰਦੇ ਸੀ। ਉਹ ਹਰ ਫਾਈਲ ਜਿਹੜੀ ਹੁੰਦੀ ਆ ਉਹ ਇੰਡੀਪੈਂਡੈਂਟ ਫਾਈਲ ਹੁੰਦੀ ਸੀ। ਉਹਦੇ ਵਿੱਚ ਅਸੀਂ ਫਾਈਲਸ ਦੇ ਵਿੱਚ ਜਿਹੜੇ ਹੈਗੇ ਆ ਉਹ ਰਿਲੇਸ਼ਨਸ਼ਿਪ ਜਿਹੜੇ ਨਹੀਂ ਬਣਾ ਸਕਦੇ ਸੀਗੇ, ਅਸੀਂ ਲਿੰਕ ਕ੍ਰੀਏਟ ਨਹੀਂ ਕਰ ਸਕਦੇ ਸੀ। ਪਰ ਡੇਟਾਬੇਸ ਅਪਰੋਚ ਦੇ ਥਰੂ ਅਸੀਂ ਜਿਹੜੀਆਂ ਫਾਈਲਸ ਕ੍ਰੀਏਟ ਕਰਦੇ ਹਾਂ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਲੌਜੀਕਲ ਲਿੰਕ ਕ੍ਰੀਏਟ ਕਰ ਸਕਦੇ ਹਾਂ ਅਤੇ ਉਹਨਾਂ ਲੌਜੀਕਲ ਲਿੰਕ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਹੈਗਾ ਵਾ ਡੇਟਾਬੇਸ ਫਾਈਲਸ ਦੇ ਵਿੱਚੋਂ ਅਸੀਂ ਜਿਹੜੇ ਰਿਕਾਰਡਸ ਹੈਗੇ ਆ ਉਹਨਾਂ ਨੂੰ ਅਸੀਂ ਰਿਟਰੀਵ ਕਰ ਸਕਦੇ ਹਾਂ। ਅਤੇ ਅਸੀਂ ਕਹਿ ਸਕਦੇ ਹਾਂ ਕਿ ਡੇਟਾਬੇਸ ਇਜ਼ ਏ ਸ਼ੇਅਰਡ ਕਲੈਕਸ਼ਨ ਆਫ ਲੌਜੀਕਲ ਰਿਲੇਟਡ ਡਾਟਾ ਡਿਜ਼ਾਈਨਡ ਟੂ ਮੀਟ ਦਾ ਇਨਫੋਰਮੇਸ਼ਨ ਨੀਡਸ ਆਫ ਐਨ ਆਰਗੇਨਾਈਜੇਸ਼ਨ। ਜਾਂ ਕਿਸੇ ਆਰਗੇਨਾਈਜੇਸ਼ਨਸ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਉਹਨੂੰ ਪੂਰਾ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਵਾ ਡੇਟਾਬੇਸ ਜਿਹੜਾ ਕ੍ਰੀਏਟ ਕਰਦੇ ਹਾਂ ਅਤੇ ਉਹਦੇ ਵਿੱਚ ਜਿਹੜੇ ਰਿਕਾਰਡਸ ਅਸੀਂ ਜਿਹੜੇ ਕ੍ਰੀਏਟ ਕਰਦੇ ਹਾਂ ਉਹ ਰਿਕਾਰਡਸ ਜਿਹੜੇ ਹੈਗੇ ਆ ਇੱਕ ਦੂਸਰੇ ਦੇ ਨਾਲ ਸੰਬੰਧ ਰੱਖਦੇ ਆ। ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਫਾਈਲਸ ਜਿਹੜੇ ਰਿਕਾਰਡਸ ਕੰਟੇਨ ਕਰਦੀ ਆ ਉਹਨਾਂ ਰਿਕਾਰਡਸ ਦਾ ਰਿਲੇਸ਼ਨਸ਼ਿਪ ਕਿਸੇ ਦੂਸਰੀ ਫਾਈਲ ਵਿੱਚ ਪਏ ਹੋਏ ਰਿਕਾਰਡਸ ਦੇ ਨਾਲ ਹੋ ਸਕਦਾ ਵਾ। ਤੋ ਜਿਹੜੀ ਇਸ ਤਰ੍ਹਾਂ ਦੀ ਅਸੀਂ ਅਪਰੋਚ ਯੂਜ਼ ਕਰਦੇ ਹਾਂ ਜਿਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਜਿਹਦੇ ਵਿੱਚ ਅਸੀਂ ਫਾਈਲਸ ਕ੍ਰੀਏਟ ਕਰਦੇ ਹਾਂ ਅਤੇ ਫਾਈਲਸ ਜਿਹੜੀਆਂ ਹੁੰਦੀਆਂ ਵਾ ਉਹ ਰਿਕਾਰਡਸ ਕੰਟੇਨ ਕਰਦੀਆਂ ਵਾ ਔਰ ਇੱਕ ਫਾਈਲ ਤੋਂ ਦੂਸਰੀ ਫਾਈਲ ਦੇ ਵਿੱਚ ਰਿਲੇਸ਼ਨਸ਼ਿਪ ਹੋ ਸਕਦਾ ਵਾ। ਇਸ ਤਰ੍ਹਾਂ ਦੀ ਅਪਰੋਚ ਨੂੰ ਅਸੀਂ ਜਿਹੜੇ ਹੈਗੇ ਆ ਡਾਟਾਬੇਸ ਅਪਰੋਚ ਕਹਿੰਦੇ ਹਾਂ। ਅਸੀਂ ਹੁਣ ਡਾਇਗਰਾਮ ਦੇ ਨਾਲ ਦੇਖਦੇ ਹਾਂ ਕਿ ਇਹ ਜਿਹੜਾ ਹੈਗਾ ਵਾ ਡਾਟਾਬੇਸ ਮੈਨੇਜਮੈਂਟ ਸਿਸਟਮ ਬੇਸਡ ਇੰਪਲੀਮੈਂਟੇਸ਼ਨ ਆਫ ਯੂਨੀਵਰਸਿਟੀ ਮੈਨੇਜਮੈਂਟ ਸਿਸਟਮ। ਯੂਨੀਵਰਸਿਟੀ ਦੇ ਮੈਨੇਜਮੈਂਟ ਸਿਸਟਮ ਨੂੰ ਜਿਹੜਾ ਹੈਗਾ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਥਰੂ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਗਿਆ ਵਾ। ਜੇ ਅਸੀਂ ਯੂਨੀਵਰਸਿਟੀ ਦਾ ਡਾਟਾਬੇਸ ਵੇਖੀਏ ਇਹਦੇ ਵਿੱਚ ਸਾਡੇ ਕੋਲ ਫਾਈਲਾਂ ਹੈਗੀਆਂ ਸਟੂਡੈਂਟ ਡਿਟੇਲਸ, ISS ਰਿਟਰਨ ਬੁੱਕ ਇਨਫੋਰਮੇਸ਼ਨ, ਅਕਾਊਂਟ ਇਨਫੋਰਮੇਸ਼ਨ। ਇਹ ਜਿਹੜੀਆਂ ਫਾਈਲਾਂ ਹੈਗੀਆਂ ਵਾ ਯੂਨੀਵਰਸਿਟੀ ਡਾਟਾਬੇਸ ਦੇ ਵਿੱਚ ਪਈਆਂ ਹੋਈਆਂ ਵਾ। ਇਹਨਾਂ ਦੇ ਉੱਤੇ ਜਿਹੜਾ ਹੈਗਾ ਫਾਈਲ ਸਿਸਟਮ ਹੈਗਾ, ਇਹ ਫਾਈਲ ਸਿਸਟਮ ਕਿਸੇ ਕੰਪਿਊਟਰ ਦੇ ਉੱਤੇ ਇੰਸਟਾਲ ਹੋਏ ਓਪਰੇਟਿੰਗ ਸਿਸਟਮ ਕੋਲ ਹੈਗਾ ਵਾ, ਜਿਹੜਾ ਓਪਰੇਟਿੰਗ ਸਿਸਟਮ ਇਸ ਫਾਈਲ ਸਿਸਟਮ ਨੂੰ ਯੂਜ਼ ਕਰਕੇ ਇਹ ਫਾਈਲਾਂ ਜਿਹੜੀਆਂ ਹੈਗੀਆਂ ਕ੍ਰੀਏਟ ਕਰਦਾ ਵਾ ਔਰ ਇਹਨਾਂ ਫਾਈਲਾਂ ਨੂੰ ਜਿਹੜੀ ਹੈਗੀ ਆ ਮੈਮਰੀ ਐਗਜ਼ਿਲਰੀ ਮੈਮਰੀ ਦੇ ਵਿੱਚ ਜਿਹੜੀ ਮੈਮਰੀ ਆ ਉਹ ਅਲੋਕੇਟ ਕਰਦਾ ਵਾ। ਔਰ ਇਸ ਤੋਂ ਉੱਪਰ ਜਿਹੜਾ ਹੈਗਾ ਵਾ ਓਪਰੇਟਿੰਗ ਸਿਸਟਮ ਦੇ ਉੱਤੇ ਜਿਹੜਾ ਹੈਗਾ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਉਹ ਇੰਸਟਾਲ ਹੋਇਆ ਵਾ। ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਦੀ ਹੈਲਪ ਦੇ ਨਾਲ ਯੂਜ਼ਰ ਜਿਹੜਾ ਹੈਗਾ ਵਾ ਉਹ ਫਾਈਲਸ ਕ੍ਰੀਏਟ ਕਰਦਾ ਵਾ ਜਿਨ੍ਹਾਂ ਨੂੰ ਓਪਰੇਟਿੰਗ ਸਿਸਟਮ ਦਾ ਫਾਈਲ ਸਿਸਟਮ ਜਿਹੜਾ ਹੈਗਾ ਸਪੋਰਟ
ਕਰਦਾ ਵਾ। ਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਯੂਜ਼ ਕਰਕੇ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕ੍ਰੀਏਟ ਕੀਤਾ ਜਾਂਦਾ ਔਰ ਉਹਨਾਂ ਦੇ ਵਿੱਚ ਰਿਕਾਰਡ ਭਰੇ ਜਾਂਦੇ ਆ। ਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਜਿਹੜੀ ਲੇਅਰ ਆ ਇਹਦੇ ਤੋਂ ਉੱਪਰ ਜਿਹੜੀ ਹੈਗੀ ਆ ਉਹ ਐਪਲੀਕੇਸ਼ਨ ਪ੍ਰੋਗਰਾਮਸ ਦੀ ਲੇਅਰ ਆ। ਹਰ ਫਾਈਲ ਵਾਸਤੇ ਇੱਕ ਜਿਹੜਾ ਹੈਗਾ ਵਾ ਐਪਲੀਕੇਸ਼ਨ ਪ੍ਰੋਗਰਾਮ ਕ੍ਰੀਏਟ ਕੀਤਾ ਗਿਆ, ਜਿਸ ਤਰ੍ਹਾਂ ਸਟੂਡੈਂਟ ਫਾਈਲ ਨੂੰ ਅਸੈਸ ਕਰਨ ਲਈ ਸਟੂਡੈਂਟ ਪਰਸਨਲ ਡਾਟਾ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ। ਇਸ ਤਰ੍ਹਾਂ ਜਿਹੜਾ ਹੈਗਾ ਲਾਇਬ੍ਰੇਰੀ ਦੀ ਡਾਟਾਬੇਸ ਫਾਈਲ ਨੂੰ ਜਿਹੜੀ ਹੈਗੀ ਆ ਬੁੱਕ ਇਨਫੋਰਮੇਸ਼ਨ ਉਹਨੂੰ ਕਰਨ ਲਈ ਲਾਇਬ੍ਰੇਰੀ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ, ਦੈਨ ਅਕਾਊਂਟ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ। ਤੇ ਇਹ ਐਪਲੀਕੇਸ਼ਨ ਪ੍ਰੋਗਰਾਮਸ ਜਿਹੜੇ ਹੈਗੇ ਯੂਜ਼ਰ ਦੇ ਦੁਆਰਾ ਰਨ ਕੀਤੇ ਜਾਂਦੇ ਆ ਰਿਕਾਰਡਸ ਨੂੰ ਇਨਸਰਟ ਕਰਨ ਲਈ ਜਾਂ ਰਿਕਾਰਡ ਨੂੰ ਡਿਲੀਟ ਕਰਨ ਲਈ ਜਾਂ ਰਿਕਾਰਡ ਨੂੰ ਮੋਡੀਫਾਈ ਕਰਨ ਲਈ। ਤੇ ਇਹ ਐਪਲੀਕੇਸ਼ਨ ਪ੍ਰੋਗਰਾਮ ਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜਾ ਡਾਟਾਬੇਸ ਪਿਆ ਹੋਇਆ ਵਾ ਇਹਦੇ ਵਿੱਚ ਇੱਕ ਕਨੈਕਟੀਵਿਟੀ ਐਸਟੈਬਲਿਸ਼ ਹੁੰਦੀ ਆ ਤਾਂ ਕਿ ਜਿਹੜੇ ਹੈਗੇ ਆ ਯੂਨੀਵਰਸਿਟੀ ਡੇਟਾਬੇਸ ਦੇ ਵਿੱਚੋਂ ਜਿਹੜੇ ਹੈਗੇ ਰਿਕਾਰਡ ਉਹ ਫੈਚ ਕੀਤੇ ਜਾ ਸਕਣ ਜਾਂ ਰਿਕਾਰਡਸ ਨੂੰ ਇਨਸਰਟ ਕੀਤਾ ਜਾ ਸਕੇ। ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਐਪਲੀਕੇਸ਼ਨ ਪ੍ਰੋਗਰਾਮਸ ਹੁੰਦੇ ਆ ਤੇ ਜਿਹੜਾ ਡਾਟਾਬੇਸ ਹੁੰਦਾ ਉਹਦੇ ਵਿੱਚ ਇੱਕ ਕਨੈਕਟੀਵਿਟੀ ਐਗਜ਼ਿਸਟ ਕਰਦੀ ਆ ਔਰ ਐਪਲੀਕੇਸ਼ਨ ਪ੍ਰੋਗਰਾਮ ਨੂੰ ਯੂਜ਼ ਕਰਕੇ ਜਿਹੜਾ ਡਾਟਾ ਹੈਗਾ ਵਾ ਉਹਨੂੰ ਅਸੈਸ ਕੀਤਾ ਜਾਂਦਾ ਵਾ। ਤੇ ਹੇਠਾਂ ਜਿਹੜੀਆਂ ਹੈਗੀਆਂ ਦੋ ਡਾਇਗਰਾਮਸ ਹੋਰ ਹੈਗੀਆਂ ਜਿਨ੍ਹਾਂ ਦੇ ਵਿੱਚ ਫਾਈਲ ਸਿਸਟਮ ਇੰਟਰਫੇਸ ਵਰਸਸ DBMS ਇੰਟਰਫੇਸ ਦਿਖਾਇਆ ਗਿਆ ਵਾ। ਫਾਈਲ ਸਿਸਟਮ ਮੈਂ ਤੁਹਾਨੂੰ ਉਹ ਦੱਸਿਆ ਵਾ ਕਿ ਜਿਹੜਾ ਫਲੈਟ ਫਾਈਲ ਸਿਸਟਮ ਹੁੰਦਾ ਸੀ, ਜਿਹੜਾ ਪ੍ਰੋਗਰਾਮਸ ਦੀ ਹੈਲਪ ਦੇ ਨਾਲ ਫਾਈਲਸ ਕ੍ਰੀਏਟ ਕੀਤੀਆਂ ਜਾਂਦੀਆਂ ਸੀ। ਜੇ ਅਸੀਂ ਬਾਟਮ ਦੇ ਵਿੱਚ ਦੇਖੀਏ ਇਹਦੇ ਵਿੱਚ ਕੀ ਹੈਗੀ ਆ ਸਟੂਡੈਂਟ ਡਿਟੇਲ ਫਾਈਲ, ਬੁੱਕ ਇਨਫੋਰਮੇਸ਼ਨ ਫਾਈਲ, ISS ਰਿਟਰਨ ਫਾਈਲ, ਅਕਾਊਂਟ ਇਨਫੋਰਮੇਸ਼ਨ ਫਾਈਲ। ਤੇ ਇਹ ਜਿਹੜਾ ਹੈਗਾ ਵਾ ਇੱਕ ਫਾਈਲ ਸਿਸਟਮ ਜਿਹੜਾ ਹੈਗਾ ਵਾ ਬਣਿਆ ਪਿਆ ਵਾ। ਔਰ ਇਹ ਜਿਹੜੀਆਂ ਫਾਈਲਾਂ ਹੈਗੀਆਂ ਵਾ ਇਹ C ਜਾਂ C++ ਜਾਂ ਕਾਬੁਲ ਦੀ ਲੈਂਗੁਏਜ ਨੂੰ ਯੂਜ਼ ਕਰਕੇ ਕ੍ਰੀਏਟ ਕੀਤੀਆਂ ਗਈਆਂ ਵਾ ਔਰ ਇਹਨਾਂ ਫਾਈਲਾਂ ਨੂੰ ਆਪਰੇਟਿੰਗ ਸਿਸਟਮ ਦਾ ਫਾਈਲ ਸਿਸਟਮ ਜਿਹੜਾ ਹੈਗਾ ਮੈਮਰੀ ਅਲੋਕੇਟ ਕਰਦਾ ਵਾ। ਤੇ ਇਹ ਜਿਹੜਾ ਉੱਤੇ ਦਿਖਾਇਆ ਗਿਆ ਐਪਲੀਕੇਸ਼ਨ ਪ੍ਰੋਗਰਾਮ, ਇਹ ਐਪਲੀਕੇਸ਼ਨ ਪ੍ਰੋਗਰਾਮ ਜਿਹੜੇ ਹੈਗੇ ਇਹ C++ ਜਾਂ ਕਾਬੁਲ ਦੇ ਵਿੱਚ ਕ੍ਰੀਏਟ ਕੀਤੇ ਗਏ। ਤੇ ਸਭ ਤੋਂ ਉੱਪਰਲੀ ਜਿਹੜੀ ਲੇਅਰ ਹੈਗੀ ਉਹ ਐਂਡ ਯੂਜ਼ਰ ਦੀ ਲੇਅਰ ਆ ਜਿਹੜਾ ਇਹਨਾਂ ਪ੍ਰੋਗਰਾਮਸ ਨੂੰ ਯੂਜ਼ ਕਰਦਾ ਵਾ ਔਰ ਜਿਹੜੀਆਂ ਫਲੈਟ ਫਾਈਲਸ ਹੈਗੀਆਂ ਉਹਨਾਂ ਨੂੰ ਅਸੈਸ ਕਰਦਾ ਵਾ ਐਪਲੀਕੇਸ਼ਨ ਪ੍ਰੋਗਰਾਮ ਦੀ ਹੈਲਪ ਦੇ ਨਾਲ। ਇੱਧਰ ਜਿਹੜਾ ਹੈਗਾ ਅਸੀਂ ਜੇ ਬਾਟਮ ਤੇ ਦੇਖੀਏ ਤੇ ਡੇਟਾਬੇਸ ਕ੍ਰੀਏਟ ਹੋਇਆ ਜਿਹਦੇ ਵਿੱਚ ਇਹ ਫਾਈਲਸ ਕ੍ਰੀਏਟ ਹੋਈਆਂ ਪਈਆਂ ਵਾ ਔਰ ਡੇਟਾਬੇਸ ਤੋਂ ਉੱਪਰ ਜਿਹੜਾ ਹੈਗਾ ਵਾ ਕੰਪਿਊਟਰ ਦੇ ਉੱਤੇ ਆਪਰੇਟਿੰਗ ਸਿਸਟਮ ਦੀ ਜਿਹੜੀ ਹੈਗੀ ਲੇਅਰ ਹੈਗੀ ਆ ਜਿਹੜਾ ਫਾਈਲ ਮੈਨੇਜਮੈਂਟ ਸਿਸਟਮ ਨੂੰ ਸਪੋਰਟ ਕਰਦਾ ਵਾ ਔਰ ਉਸ ਦੇ ਉੱਤੇ DBMS ਦੀ ਲੇਅਰ ਆ, ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਲੇਅਰ ਆ ਆਪਰੇਟਿੰਗ ਸਿਸਟਮ ਦੇ ਉੱਪਰ ਔਰ ਉਹਦੇ ਉੱਤੇ ਜਿਹੜੀਆਂ ਹੈਗੀਆਂ ਲੈਂਗੁਏਜ ਜਾਵਾ ਜਾਂ VB.NET ਜਿਹੜੀਆਂ ਹੈਗੀਆਂ ਵਾ ਇਹ ਇੰਸਟਾਲਡ ਹੈਗੀਆਂ ਵਾ ਔਰ ਇਹਨਾਂ ਲੈਂਗੁਏਜਸ ਦੀ ਹੈਲਪ ਦੇ ਨਾਲ ਅਸੀਂ ਐਪਲੀਕੇਸ਼ਨ ਪ੍ਰੋਗਰਾਮ ਕ੍ਰੀਏਟ ਕਰਦੇ ਹਾਂ ਔਰ ਉਹਨਾਂ ਐਪਲੀਕੇਸ਼ਨ ਪ੍ਰੋਗਰਾਮ ਦੇ ਨਾਲ ਅਸੀਂ ਜਿਹੜੇ ਹੈਗੇ ਡਾਟਾਬੇਸ ਦੇ ਨਾਲ ਕਨੈਕਟੀਵਿਟੀ ਜਿਹੜੀ ਹੈਗੀ ਉਹ ਕਰਦੇ ਹਾਂ। ਤੇ ਸਭ ਤੋਂ ਉੱਪਰ ਜਿਹੜੇ ਹੈਗੇ ਐਂਡ ਯੂਜ਼ਰ ਹੈਗਾ, ਐਂਡ ਯੂਜ਼ਰ ਐਪਲੀਕੇਸ਼ਨ ਪ੍ਰੋਗਰਾਮ ਨੂੰ ਯੂਜ਼ ਕਰਦਾ ਵਾ ਔਰ ਜਿਹੜਾ ਹੈਗਾ ਡਾਟਾਬੇਸ ਦੇ ਵਿੱਚ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਜਿਹੜਾ ਉਹਦਾ ਲਿੰਕ ਹੈਗਾ ਵਾ ਬੈਕਐਂਡ ਦੇ ਉੱਤੇ ਤੇ ਉਹਦੀ ਹੈਲਪ ਦੇ ਨਾਲ ਜਿਹੜਾ ਹੈਗਾ ਡੇਟਾਬੇਸ ਫਾਈਲਸ ਨੂੰ ਅਸੈਸ ਕਰਦਾ, ਭਾਵ ਉਹ ਰਿਕਾਰਡਸ ਇਨਸਰਟ ਕਰ ਸਕਦਾ, ਡਿਲੀਟ ਕਰ ਸਕਦਾ, ਮੋਡੀਫਾਈ ਕਰ ਸਕਦਾ ਵਾ ਔਰ ਇਸ ਤਰ੍ਹਾਂ ਦੇ ਓਪਰੇਸ਼ਨਸ ਜਿਹੜੇ ਹੈਗੇ ਆ ਉਹ ਜਾਂ ਰਿਕਾਰਡਸ ਨੂੰ ਵਿਊ ਕਰ ਸਕਦਾ। ਇਸ ਤਰ੍ਹਾਂ ਦੇ ਓਪਰੇਸ਼ਨਸ ਜਿਹੜੇ ਹੈਗੇ ਆ ਉਹ ਡੇਟਾਬੇਸ ਦੇ ਉੱਤੇ ਪਰਫਾਰਮ ਕਰ ਸਕਦਾ ਐਪਲੀਕੇਸ਼ਨਸ ਪ੍ਰੋਗਰਾਮ ਨੂੰ ਯੂਜ਼ ਕਰਕੇ। ਜੇ ਅਸੀਂ ਹੋਰ ਅੱਗੇ ਚੱਲੀਏ ਤੇ ਅੱਗੇ ਆ ਜਾਂਦਾ ਬਿਲਡਿੰਗ ਬਲੌਕਸ ਆਫ ਡੇਟਾਬੇਸ। ਡੇਟਾਬੇਸ ਦੇ ਜਿਹੜੇ ਹੈਗੇ ਆ ਕਿਹੜੇ ਬਲੌਕਸ ਹੁੰਦੇ ਆ ਜਿਹੜੇ ਇਹਨੂੰ ਬਿਲਡ ਕਰਨ ਵਿੱਚ ਸਹਾਈ ਹੁੰਦੇ, ਉਹ ਸਾਡੇ ਕੋਲ ਹੈਗਾ ਕਾਲਮਸ, ਰੋਜ਼ ਐਂਡ ਟੇਬਲਸ। ਕੋਈ ਵੀ ਜਦੋਂ ਅਸੀਂ ਟੇਬਲ ਕਰਦੇ ਹਾਂ, ਟੇਬਲ ਕੀ ਹੁੰਦਾ? ਟੇਬਲ ਇਜ਼ ਏ ਕਲੈਕਸ਼ਨ ਆਫ ਲੌਜੀਕਲ ਰਿਕਾਰਡਸ ਆ ਲੌਜੀਕਲ ਗਰੁੱਪ ਆਫ ਕਾਲਮ। ਟੇਬਲ ਇਜ਼ ਏ ਲੌਜੀਕਲ ਗਰੁੱਪ ਆਫ ਕਾਲਮਸ। ਤੇ ਕਾਲਮਸ ਜਿਹੜੇ ਹੈਗੇ ਇਹਨਾਂ 'ਚ ਵੈਲਿਊ ਭਰੀਆਂ ਜਾਂਦੀਆਂ ਵਾ। ਜਿਸ ਤਰ੍ਹਾਂ ਇਹ ਦੇਖਿਆ ਜਾਵੇ ਰੋਲ ਨੰਬਰ, ਨੇਮ ਐਂਡ ਸਿਟੀ, ਇਹਨਾਂ ਦੇ ਵਿੱਚ ਵੈਲਿਊਜ਼ ਪਾਈਆਂ ਗਿਆ। ਰੋਲ ਨੰਬਰ 1 ਪਾਇਆ ਗਿਆ, ਨੇਮ ਅਜੇ ਪਾਇਆ ਗਿਆ ਔਰ ਸਿਟੀ ਪਾਇਆ ਗਿਆ ਅੰਮ੍ਰਿਤਸਰ। ਇਸ ਤਰ੍ਹਾਂ ਦੋ ਰਿਕਾਰਡਸ ਹੋਰ ਪਾਏ ਆ ਔਰ ਇਹ ਜਿਹੜਾ ਹੈਗਾ ਕੰਪਲੀਟ ਜਿਹੜਾ ਹੈਗਾ ਇੱਕ ਟੇਬਲ ਬਣ ਜਾਂਦਾ ਸਟੂਡੈਂਟ, ਜਿਹਦੇ ਵਿੱਚ ਇਹ ਅਸੀਂ ਵੈਲਿਊਜ਼ ਪਾਈਆਂ ਔਰ ਇਹ ਵੈਲਿਊਜ਼ ਕੀ ਹੈਗੇ ਆ? ਰਿਕਾਰਡਸ ਹੈਗੇ ਆ, ਠੀਕ ਹੈ। ਔਰ ਕਾਲਮ, ਹੁਣ ਜੇ ਅਸੀਂ ਕਾਲਮ ਦੀ ਗੱਲ ਕਰੀਏ ਤੇ ਰੋਲ ਨੰਬਰ, ਨੇਮ ਜਿਹੜਾ ਹੈਗਾ, ਸਿਟੀ ਹੈਗਾ ਵਾ, ਇਹ ਕਾਲਮ ਆ ਜਾਂ ਫੀਲਡ ਆ ਔਰ ਇਸ ਕਾਲਮ ਜਾਂ ਫੀਲਡ ਦੇ ਥੱਲੇ ਜਿਹੜੀਆਂ ਗਰੁੱਪ ਆਫ ਵੈਲਿਊਜ਼ ਜਿਹਨੂੰ ਅਸੀਂ ਕੀ ਕਹਿੰਦੇ ਆ? ਡੋਮੇਨ ਕਹਿੰਦੇ ਆ, ਠੀਕ ਹੈ। ਜਿਸ ਤਰ੍ਹਾਂ ਰੋਲ ਨੰਬਰ ਦੇ ਥੱਲੇ 1 2 3 ਇਹ ਇੱਕ ਡੋਮੇਨ ਹੈਗਾ ਵਾ ਔਰ ਇਹ ਹੈਗੀਆਂ ਨੇਮ, ਇਹ ਹੈਗਾ ਵਾ ਅਜੇ, ਰਜੇਸ਼ ਐਂਡ ਰਾਹਤ ਔਰ ਸਿਟੀ ਹੈਗਾ ਅੰਮ੍ਰਿਤਸਰ, ਪਟਿਆਲਾ ਤੇ ਦਿੱਲੀ, ਠੀਕ ਹੈ। ਇਸ ਤਰ੍ਹਾਂ ਕੀ ਹੈਗਾ ਸਾਡਾ ਰੋਜ਼ ਜੇ ਅਸੀਂ ਵੇਖੀਏ ਤਾਂ ਕੀ ਹੈਗਾ ਸਾਡਾ? ਰੋਲ ਨੰਬਰ 1 ਨੇਮ ਅਜੇ ਤੇ ਸਿਟੀ ਅੰਮ੍ਰਿਤਸਰ, ਇਹ ਇੱਕ ਰੋ ਆ। ਅਗਲੀ ਰੋ ਦੇ ਵਿੱਚ ਹੈਗਾ 2 ਰਜੇਸ਼ ਪਟਿਆਲਾ, ਅਗਲੀ ਰੋ ਦੇ ਵਿੱਚ ਹੈਗਾ 3 ਰਾਹਤ ਦਿੱਲੀ। ਤਾਂ ਇਹ ਕੀ ਹੈਗੇ ਇਹਨਾਂ ਨੂੰ ਅਸੀਂ ਰੋਜ਼ ਕਹਿੰਦੇ ਆ ਜਾਂ ਟਿਊਪਲਸ ਕਹਿੰਦੇ ਆ ਜਾਂ ਅਸੀਂ ਰਿਲੇਸ਼ਨ ਕਹਿੰਦੇ ਆ। ਤਾਂ ਅਸੀਂ ਦੂਸਰੇ ਲਫ਼ਜ਼ਾਂ ਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਟੇਬਲ ਹੁੰਦਾ ਵਾ ਇਹ ਇੱਕ ਰਿਲੇਸ਼ਨਸ ਦਾ, ਰਿਕਾਰਡਸ ਦਾ ਜਾਂ ਟਿਊਪਲਸ ਦਾ ਸਮੂਹ ਹੁੰਦਾ ਹੈ। ਅੱਗੇ ਆ ਗਈਆਂ ਕਰੈਕਟਰਿਸਟਿਕਸ ਆਫ ਡਾਟਾਬੇਸ। ਕੋਈ ਵੀ ਡਾਟਾਬੇਸ ਜਿਹੜਾ ਹੁੰਦਾ ਉਹਦੀਆਂ ਹੇਠ ਲਿਖੀਆਂ ਕਰੈਕਟਰਿਸਟਿਕਸ ਹੁੰਦੀਆਂ ਜਾਂ ਵਿਸ਼ੇਸ਼ਤਾਵਾਂ ਹੁੰਦੀਆਂ। ਆਰਗੇਨਾਈਜ਼ਡ, ਰਿਲੇਟਡ।
ਇਟ ਸ਼ੁੱਡ ਬੀ ਵੈਲ ਔਰਗੇਨਾਈਜ਼ਡ ਐਂਡ ਰਿਲੇਟਡ। ਹੁਣ ਜਿਹੜਾ ਡੇਟਾਬੇਸ ਹੁੰਦਾ ਇਹ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਵੈਲ ਔਰਗੇਨਾਈਜ਼ ਇਹਨੂੰ ਕੀਤਾ ਜਾਂਦਾ ਵਾ। ਸ਼ੇਅਰਡ ਡੇਟਾ ਇਨ ਏ ਡੇਟਾਬੇਸ ਆਰ ਸ਼ੇਅਰਡ ਅਮੰਗ ਡਿਫਰੈਂਟ ਯੂਜ਼ਰਸ ਐਂਡ ਐਪਲੀਕੇਸ਼ਨਸ। ਅਤੇ ਜਿਹੜਾ ਡੇਟਾਬੇਸ ਦੇ ਡੇਟਾ ਹੁੰਦਾ ਵਾ ਇਹ ਯੂਜ਼ਰ ਜਿਹੜੇ ਹੈਗੇ ਆ ਉਹ ਇਸ ਨੂੰ ਸ਼ੇਅਰ ਕਰ ਸਕਦੇ ਆ ਆਪਣੀਆਂ ਐਪਲੀਕੇਸ਼ਨਸ ਦੇ ਥਰੂ। ਅਤੇ ਜਿਹੜਾ ਡੇਟਾਬੇਸ ਹੁੰਦਾ ਵਾ ਇਹਦੇ ਵਿੱਚ ਜਿਹੜਾ ਡੇਟਾ ਹੁੰਦਾ ਵਾ ਇਹ ਪਰਮਾਨੈਂਟ ਪਰਸਿਸਟ ਕਰਦਾ ਵਾ ਹਾਰਡ ਡਿਸਕ ਦੇ ਉੱਤੇ ਜਾਂ ਐਗਜ਼ਿਲਰੀ ਮੈਮਰੀ ਦੇ ਉੱਤੇ। ਅੱਗੇ ਹੈਗਾ ਵੈਲਿਡਿਟੀ, ਇੰਟੀਗ੍ਰਿਟੀ ਐਂਡ ਕਰੈਕਟਨੈਸ। ਡੇਟਾ ਸ਼ੁੱਡ ਬੀ ਕਰੈਕਟ ਵਿਦ ਰਿਸਪੈਕਟ ਟੂ ਦਾ ਰੀਅਲ ਵਰਲਡ ਐਂਟਿਟੀ ਦੈਟ ਦੇ ਰੀਪ੍ਰਜੈਂਟ। ਕਿਉਂਕਿ ਸਾਨੂੰ ਪਤਾ ਵਾ ਕਿ ਜਿਹੜਾ ਅਸੀਂ ਟੇਬਲਸ ਦੇ ਵਿੱਚ ਜਿਹੜਾ ਟੇਬਲਸ ਜਿਹੜੇ ਕ੍ਰੀਏਟ ਕਰਦੇ ਹਾਂ ਜਾਂ ਡਾਟਾਬੇਸ ਦੇ ਵਿੱਚ ਜਿਹੜੀਆਂ ਫਾਈਲਸ ਕ੍ਰੀਏਟ ਕਰਦੇ ਹਾਂ ਉਹ ਰੀਅਲ ਵਰਲਡ ਐਂਟੀਟੀਜ਼ ਨੂੰ ਬਿਲੋਂਗ ਕਰਦੀਆਂ ਜਾਂ ਰੀਅਲ ਵਰਲਡ ਆਬਜੈਕਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਬਿਲੋਂਗ ਕਰਦੀਆਂ। ਜਿਵੇਂ ਕੋਈ ਵੀ ਫਾਈਲ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਡੇਟਾ ਵਾ ਕਿਸੇ ਪਰਸਨਸ ਦੇ ਨਾਲ ਰਿਲੇਟਡ ਹੋ ਸਕਦਾ ਵਾ, ਠੀਕ ਹੈ, ਜਾਂ ਕਸਟਮਰ ਦੇ ਨਾਲ ਰਿਲੇਟਡ ਹੋ ਸਕਦਾ ਵਾ, ਬੈਂਕ ਦੇ ਕਸਟਮਰ ਦੇ ਨਾਲ ਰਿਲੇਟਡ ਹੋ ਸਕਦਾ ਵਾ। ਤਾਂ ਇਸ ਕਰਕੇ ਇਹ ਜਿਹੜਾ ਹੈਗਾ ਵਾ ਇਹ ਰੀਅਲ ਵਰਲਡ ਐਂਟੀਟੀਜ਼ ਹੁੰਦੀਆਂ ਵਾ ਜਿਨ੍ਹਾਂ ਦੇ ਨਾਲ ਸੰਬੰਧਿਤ ਡਾਟਾ ਅਸੀਂ ਡੇਟਾਬੇਸ ਫਾਈਲਸ ਦੇ ਵਿੱਚ ਅਸੀਂ ਜਿਹੜਾ ਰੱਖਦੇ ਹਾਂ। ਔਰ ਇਹਨਾਂ ਵਿੱਚ ਜਿਹੜਾ ਡੇਟਾ ਹੁੰਦਾ ਵਾ ਉਹ ਕਰੈਕਟ ਹੁੰਦਾ ਵਾ, ਇੰਟੈਗਰੇਟ ਹੁੰਦਾ ਵਾ, ਵੈਲਿਡ ਹੁੰਦਾ ਵਾ। ਹੁਣ ਅਗਲੀ ਗੱਲ ਹੈਗੀ ਸਿਕਿਉਰਿਟੀ। ਡਾਟਾਬੇਸ ਜਿਹੜਾ ਹੈਗਾ ਵਾ ਇਹ ਡਾਟੇ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦਾ ਵਾ। ਅਨਆਥੋਰਾਈਜ਼ਡ ਜਿਹੜੇ ਯੂਜ਼ਰਸ ਹੁੰਦੇ ਉਹਨਾਂ ਨੂੰ ਅਸੈਸ ਕਰਨ ਦੀ ਜ਼ਰੂਰਤ ਉਹਨਾਂ ਨੂੰ ਇਜਾਜ਼ਤ ਨਹੀਂ ਹੁੰਦੀ। ਕੰਸਿਸਟੈਂਸੀ, ਹੁਣ ਜਿਹੜੀਆਂ ਵੈਲਿਊਜ਼ ਅਸੀਂ ਪਾਉਂਦੇ ਹਾਂ ਫੀਲਡਸ ਦੇ ਅੰਦਰ ਉਹ ਕੰਸਿਸਟੈਂਟ ਹੁੰਦੀਆਂ ਵਾ, ਐਕੂਰੇਟ ਹੁੰਦੀਆਂ ਵਾ। ਅਤੇ ਜਿਹੜੀ ਵੈਲਿਊ ਅਸੀਂ ਕਿਸੇ ਫੀਲਡ ਦੀ ਪਾਉਂਦੇ ਹਾਂ ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵੈਨ ਐਵਰ ਮੋਰ ਦੈਨ ਵਨ ਡੇਟਾ ਐਲੀਮੈਂਟ ਇਨ ਏ ਡੇਟਾ ਬੇਸ ਰੀਪ੍ਰਜੈਂਟਸ ਰਿਲੇਟਡ real world values, the values should be consistent with respect to the relationship। तो ਜਿਹੜੀਆਂ ਵੈਲਿਊਜ਼ ਹੁੰਦੀਆਂ ਵਾ ਡੇਟਾ ਐਲੀਮੈਂਟਸ ਦੀਆਂ ਉਹ ਜਿਹੜੀਆਂ ਹੁੰਦੀਆਂ ਵਾ ਕੰਸਿਸਟੈਂਟ ਹੁੰਦੀਆਂ ਵਾ, ਜਿਹੜੀਆਂ ਉਹਨਾਂ ਦੇ ਵਿੱਚ ਇਨਕਨਸਿਸਟੈਂਸੀ ਨਹੀਂ ਹੁੰਦੀ। ਅੱਗੇ ਹੈਗਾ ਨਾਨ ਰਿਡੰਡੈਂਸੀ। ਹੁਣ ਜਿਹੜਾ ਰਿਡੰਡੈਂਸੀ ਦਾ ਮਤਲਬ ਹੁੰਦਾ ਫਾਲਤੂਪਣ। ਹੁਣ ਜਿਹੜੇ ਰਿਕਾਰਡਸ ਆ ਅਸੀਂ ਜਿਹੜੇ ਹੈਗੇ ਉਹ ਫਾਲਤੂ ਰਿਕਾਰਡਸ ਟੇਬਲ ਦੇ ਵਿੱਚ ਨਹੀਂ ਪਾਉਂਦੇ, ਕਿਉਂਕਿ ਫਾਲਤੂ ਅਸੀਂ ਰਿਕਾਰਡ ਜਿਹੜੇ ਅਸੀਂ ਪਾਵਾਂਗੇ ਉਹਦੇ ਨਾਲ ਜਿਹੜੀ ਹੈਗੀ ਸਾਡੀ ਡੁਪਲੀਕੇਸੀ ਹੋ ਜਾਂਦੀ ਆ। ਇਸ ਕਰਕੇ ਸਾਡੇ ਰਿਕਾਰਡਸ ਦੀ ਡੁਪਲੀਕੇਸੀ ਨਾ ਹੋਵੇ, ਇਸ ਕਰਕੇ ਅਸੀਂ ਨਾਨ ਰਿਡੰਡੈਂਟ ਵੈਲਿਊਜ਼ ਜਿਹੜੀਆਂ ਹੈਗੀਆਂ ਜਾਂ ਨਾਨ ਰਿਡੰਡੈਂਟ ਰੋਜ਼ ਜਿਹੜੀਆਂ ਹੈਗੀਆਂ ਉਹ ਟੇਬਲਸ ਦੇ ਵਿੱਚ ਇਨਸਰਟ ਕਰਦੇ ਹਾਂ। ਇੰਡੀਪੈਂਡੈਂਟ ਡੇਟਾ ਐਟ ਡਿਫਰੈਂਟ ਲੈਵਲਸ ਸ਼ੁੱਡ ਬੀ ਇੰਡੀਪੈਂਡੈਂਟ ਆਫ ਈਚ ਅਦਰ ਸੋ ਦੈਟ ਚੇਂਜਸ ਇਨ ਵਨ ਲੈਵਲ ਸ਼ੁੱਡ ਨਾਟ ਅਫੈਕਟ ਦੀ ਅਦਰ। ਹੁਣ ਜਿਹੜਾ ਡੇਟਾ ਬੇਸ ਹੁੰਦਾ ਵਾ ਇਹ ਇੰਡੀਪੈਂਡੈਂਟ ਹੁੰਦਾ, ਇਹਦੇ 3 ਲੈਵਲਸ ਹੁੰਦੇ ਆ, ਜਿਸ ਤਰ੍ਹਾਂ ਇੰਟਰਨਲ ਲੈਵਲ, ਦੈਨ ਕੰਸੈਪਚੁਅਲ ਲੈਵਲ ਐਂਡ ਦੈਨ ਐਕਸਟਰਨਲ ਲੈਵਲ। ਇੰਟਰਨਲ ਲੈਵਲ ਦਾ ਮਤਲਬ ਹੈਗਾ ਕਿ ਜਿਹੜਾ ਅਸੀਂ ਡੇਟਾ ਹਾਰਡ ਡਿਸਕ ਦੇ ਵਿੱਚ ਸਟੋਰ ਕਰਦੇ ਹਾਂ ਜਾਂ ਰਿਕਾਰਡਸ ਜਿਹੜੇ ਹੈਗੇ ਹਾਰਡ ਡਿਸਕ ਦੇ ਵਿੱਚ ਸਟੋਰ ਕਰਦੇ ਹਾਂ ਫਾਈਲਸ ਦੀ ਫਾਰਮਸ ਦੇ ਵਿੱਚ। ਇਹ ਕੀ ਹੁੰਦਾ ਵਾ, ਇਹ ਸਟੋਰ ਇੰਟਰਨਲ ਲੈਵਲ ਦੇ ਉੱਤੇ ਜਿਹੜਾ ਡਾਟਾ ਸਟੋਰ ਹੁੰਦਾ ਹਾਰਡ ਡਿਸਕ 'ਤੇ। ਕੰਸੈਪਚੁਅਲ ਲੈਵਲ ਹੁੰਦਾ ਜਦੋਂ ਅਸੀਂ ਟੇਬਲਸ ਜਾਂ ਫਾਈਲਸ ਕ੍ਰੀਏਟ ਕਰਦੇ ਤਾਂ ਉਹਨਾਂ ਦੇ ਸਟਰਕਚਰ ਬਣਾਉਣੇ ਆ। ਕੰਸੈਪਚੁਅਲ ਦਾ ਮਤਲਬ ਕੰਸੈਪਟ ਤੋਂ ਅਸੀਂ ਜਿਸ ਤਰ੍ਹਾਂ ਇਹ ਇੱਕ ਫਾਈਲ ਹੈਗੀ ਆ ਇਹਦੇ ਵਿੱਚ ਹੁਣ ਇਹ ਜਿਹੜੇ ਫੀਲਡ ਹੈਗੇ ਰੋਲ ਨੰਬਰ, ਨੇਮ ਅਤੇ ਸਿਟੀ ਇਹ ਆਪਸ ਦੇ ਵਿੱਚ ਰਿਲੇਟ ਕਰਦੇ ਆ, ਕਿਉਂਕਿ ਰੋਲ ਨੰਬਰ ਇੱਕ ਸਟੂਡੈਂਟ ਦਾ, ਨੇਮ ਇੱਕ ਸਟੂਡੈਂਟ ਦਾ, ਸਿਟੀ ਇੱਕ ਸਟੂਡੈਂਟ ਦਾ। ਸੋ ਇੱਕ ਕੰਸੈਪਟ ਬਣ ਗਿਆ। ਤਾਂ ਇਸ ਕੰਸੈਪਟ ਨੂੰ ਲੈ ਕੇ ਅਸੀਂ ਜਿਹੜੇ ਹੈਗੇ ਰਿਕਾਰਡਸ ਇਨਸਰਟ ਕੀਤੇ ਅਤੇ ਇਸ ਲੈਵਲ ਨੂੰ ਅਸੀਂ ਕਹਿ ਦਿੰਦੇ ਹਾਂ, ਇਸ ਤਰ੍ਹਾਂ ਦਾ ਜਿਹੜਾ ਸਟਰਕਚਰ ਅਸੀਂ ਕ੍ਰੀਏਟ ਕਰਦੇ ਹਾਂ ਡੇਟਾਬੇਸ ਫਾਈਲ ਦਾ ਉਹਨੂੰ ਕਹਿ ਦਿੰਦੇ ਹਾਂ ਕੰਸੈਪਚੁਅਲ ਲੈਵਲ ਸਟਰਕਚਰ। ਉਸ ਤੋਂ ਉੱਪਰ ਕੀ ਹੁੰਦਾ ਵਾ ਐਕਸਟਰਨਲ ਲੈਵਲ। ਐਕਸਟਰਨਲ ਲੈਵਲ ਜਿਹੜਾ ਹੁੰਦਾ ਉਹ ਹੁੰਦਾ ਯੂਜ਼ਰ ਲੈਵਲ, ਜਿਹੜਾ ਯੂਜ਼ਰ ਇਸ ਡੇਟੇ ਨੂੰ ਵਿਊ ਕਰਦਾ ਵਾ। ਤਾਂ ਇਸ ਕਰਕੇ 3 ਲੈਵਲ ਹੋ ਗਏ। ਇੰਟਰਨਲ ਲੈਵਲ ਜਿਹੜਾ ਡੇਟਾ ਸਟੋਰ ਹੁੰਦਾ ਵਾ, ਔਰ ਕੰਸੈਪਚੁਅਲ ਲੈਵਲ ਜਿੱਥੇ ਅਸੀਂ ਡੇਟਾਬੇਸ ਫਾਈਲ ਦਾ ਸਟਰਕਚਰ ਤਿਆਰ ਕਰਦੇ ਹਾਂ, ਔਰ ਐਕਸਟਰਨਲ ਲੈਵਲ ਜਿੱਥੇ ਜਿਹੜਾ ਯੂਜ਼ਰ ਹੈਗਾ ਉਹ ਡੇਟੇ ਨੂੰ ਵਿਊ ਕਰਦਾ। ਹੁਣ ਇਹ 'ਚ ਤਿੰਨੇ ਹੀ ਲੈਵਲ ਜਿਹੜੇ ਹੈਗੇ ਇੰਡੀਪੈਂਡੈਂਟ ਹੈ। ਜੇ ਅਸੀਂ ਇੰਟਰਨਲ ਲੈਵਲ 'ਤੇ ਕੋਈ ਚੇਂਜ ਕਰਦੇ ਹਾਂ ਇਟ ਸ਼ੁੱਡ ਨਾਟ ਅਫੈਕਟ ਦਾ ਕੰਸੈਪਚੁਅਲ ਲੈਵਲ, ਐਂਡ ਇਫ ਵੀ ਮੇਕ ਐਨੀ ਚੇਂਜ ਐਟ ਦਾ ਕੰਸੈਪਚੁਅਲ ਲੈਵਲ ਤੇ ਜਿਹੜੀ ਹੈਗੀ ਆ ਇਟ ਸ਼ੁੱਡ ਨਾਟ ਅਫੈਕਟ ਦਾ ਯੂਜ਼ਰ ਲੈਵਲ। ਠੀਕ ਹੈ, ਸੋ ਇਹ ਜਿਹੜਾ ਹੈਗਾ ਤਿੰਨੇ ਲੈਵਲ ਜਿਹੜੇ ਹੈਗੇ ਇੰਡੀਪੈਂਡੈਂਟ ਹੁੰਦੇ ਆ। ਇਸੇ ਕਰਕੇ ਉਹਨੇ ਲਿਖਿਆ ਵਾ ਕਿ ਡੇਟਾ ਇੰਡੀਪੈਂਡੈਂਸ, ਡੇਟਾ DBMS ਦੀ ਹੈਲਪ ਦੇ ਨਾਲ ਅਸੀਂ ਡੇਟਾ ਇੰਡੀਪੈਂਡੈਂਸ ਜਿਹੜੀ ਹੈਗੀ ਉਹ ਅਚੀਵ ਕਰਦੇ ਹਾਂ। ਈਜ਼ੀ ਅਸੈਸੇਬਲ, ਇਟ ਸ਼ੁੱਡ ਬੀ ਅਵੇਲੇਬਲ ਵੈਨ ਐਂਡ ਵੇਅਰ ਇਟ ਇਜ਼ ਨੀਡਡ। ਇਟ ਸ਼ੁੱਡ ਬੀ ਈਜ਼ੀਲੀ ਅਸੈਸੇਬਲ, ਅਤੇ ਇਹਨੂੰ ਅਸੀਂ ਡੇਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਅਸੀਂ ਡਾਟੇ ਨੂੰ ਈਜ਼ੀਲੀ ਅਸੈਸ ਕਰ ਸਕਦੇ ਹਾਂ। ਰਿਕਵਰੇਬਲ, ਇਟ ਸ਼ੁੱਡ ਬੀ ਰਿਕਵਰੇਬਲ ਇਨ ਕੇਸ ਆਫ ਡੈਮੇਜ। ਅਗਰ ਕੋਈ ਰਿਕਾਰਡਸ ਡੈਮੇਜ ਹੋ ਜਾਂਦੇ ਆ ਤਾਂ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਉਹਨਾਂ ਰਿਕਾਰਡਸ ਨੂੰ ਰਿਕਵਰ ਕਰ ਲੈਂਦੇ ਹਾਂ, ਕਿਉਂਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਕੋਲ ਲੌਗ ਫਾਈਲਸ ਹੁੰਦੀਆਂ ਵਾ ਜਿਨ੍ਹਾਂ ਦੇ ਵਿੱਚ ਰਿਕਾਰਡਸ ਜਿਹੜੇ ਹੁੰਦੇ ਆ ਉਹ ਪਏ ਜਾਂਦੇ ਆ, ਤਾਂ ਅਸੀਂ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਰਿਕਾਰਡਸ ਨੂੰ ਜਿਹੜਾ ਹੈਗਾ ਰਿਕਵਰ ਕਰ ਸਕਦੇ ਹਾਂ। ਅਤੇ ਸਟੂਡੈਂਟਸ ਇਹ ਜਿਹੜੀਆਂ ਗੱਲਾਂ ਮੈਂ ਦੱਸੀਆਂ ਵਾ ਤੁਸੀਂ ਇਹਨਾਂ ਨੂੰ ਧਿਆਨ ਨਾਲ ਇਸ ਲੈਕਚਰ ਨੂੰ ਸੁਣ ਲੈਣਾ, ਤੁਹਾਨੂੰ ਕਾਫੀ ਜਿਹੜਾ ਹੈਗਾ ਵਾ ਡੇਟਾਬੇਸ ਅਪਰੋਚ ਬਾਰੇ ਜਿਹੜੀਆਂ ਵਾ
ਟੈਕਨੀਕਲ ਗੱਲਾਂ ਵਾ ਉਹਨਾਂ ਦਾ ਪਤਾ ਚੱਲ ਜਾਵੇਗਾ।